ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ। ਲੁਧਿਆਣਾ ਦੇ ਵਿੱਚ ਇੱਕ ਵਾਰ ਫੇਰ ਮੋਦੀ ਖਾਨਾ ਖੁੱਲ੍ਹਿਆ ਹੈ। ਐਸ ਗਰੇਵਾਲ ਮਲਟੀ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਇਹ ਮੋਦੀ ਖਾਨਾ ਖੁੱਲ੍ਹਿਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਤੇ ਡਾਕਟਰ GS ਗਰੇਵਾਲ ਇਸ ਵੇਲੇ ਸਾਡੇ ਨਾਲ ਨੇ, ਡਾਕਟਰ ਗੁਰਿੰਦਰ ਸਿੰਘ ਗਰੇਵਾਲ, ਜਿਨ੍ਹਾਂ ਦੇ ਵੱਲੋਂ ਇਹ ਮੋਦੀ ਖਾਨਾ ਖੋਲ੍ਹਿਆ ਗਿਆ। ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਰਾਣਾ ਜੀ। ਇਹ ਕਿਰਪਾ ਹੋਈ ਸੋਚ ਕਈ ਸਾਲਾਂ ਤੋਂ ਸੀ ਜੀ ਕਿ ਲੋਕਾਂ ਨੂੰ ਦੇਸ਼ ਪੱਧਰ 'ਤੇ ਹੋਵੇ। ਸਰਕਾਰਾਂ ਨੂੰ ਬੇਨਤੀਆਂ ਕੀਤੀਆਂ, ਜੀ ਸਰਕਾਰਾਂ ਨੂੰ ਚਿੱਠੀਆਂ ਪਾਈਆਂ, ਉੱਥੇ ਚੱਲ ਕੇ ਗਏ, ਦਿੱਲੀ ਕਈ ਗੇੜੇ ਮਾਰੇ, ਜੀ ਨਾਲ ਡਾਕਟਰ ਵੀ ਜਾਂਦੇ ਰਹੇ, ਮੇਰੇ ਨਾਲ ਮੇਰੇ ਦੋਸਤ ਕਈ ਇਕੱਠੇ ਹੋ ਕੇ ਜਾਂਦੇ ਰਹੇ। ਲੇਕਿਨ ਜਦ ਦੇਖਿਆ ਕਿ ਇਸ ਬਾਰੇ ਉਹ ਗੰਭੀਰ ਨਹੀਂ ਲੱਗਦੇ, ਜੀ ਸੋ ਉਸ ਤੋਂ ਬਾਅਦ ਫਿਰ ਇੱਕ ਵਿਚਾਰ ਕੀਤੀ ਕਿ ਕਿਉਂ ਨਾ ਇੱਕ ਆਪਣੇ ਨਮੂਨੇ ਦੇ ਤੌਰ 'ਤੇ ਇਹ ਸਿਸਟਮ ਇੱਕ ਸੋਚ ਸ਼ੁਰੂ ਕੀਤੀ ਜਾਵੇ। ਇਹ ਸੋਚ ਹਰ ਇੱਕ ਕਸਬੇ 'ਚ ਹੋਣੀ ਚਾਹੀਦੀ ਹੈ, ਲਿਜਾਣ ਦੀ ਕੋਸ਼ਿਸ਼ ਵੀ ਕਰਾਂਗੇ। ਠੀਕ ਹੈ। ਇਹ ਜਿਹੜਾ ਮੋਦੀ ਖਾਨਾ ਖੋਲ੍ਹਿਆ ਦਵਾਈਆਂ ਦਾ, ਇੱਥੇ ਦਵਾਈਆਂ ਸਸਤੀਆਂ ਮਿਲਣਗੀਆਂ, ਘੱਟ ਰੇਟਾਂ 'ਤੇ ਮਿਲਣਗੀਆਂ, ਕਿਵੇਂ ਮਿਲਣਗੀਆਂ? ਇੱਥੇ ਪਹਿਲੀ ਗੱਲ ਤਾਂ ਜੀ ਦਵਾਈਆਂ ਹਰ ਤਰ੍ਹਾਂ ਦੀਆਂ ਮਿਲਣਗੀਆਂ। ਦੂਸਰੀਆਂ ਇੱਥੇ ਦਵਾਈਆਂ ਇਹ ਨਹੀਂ ਕਿ ਜਿਹੜੀ ਸਾਡੇ ਡਾਕਟਰ ਨੇ ਲਿਖੀ ਹੋਊਗੀ ਉਹੀ ਮਿਲੂਗੀ। ਇੱਥੇ ਕਿਸੇ ਵੀ ਡਾਕਟਰ ਦੀ ਦਵਾਈ ਲਿਖੀ ਹੋਈ ਇੱਥੇ ਮਿਲੂਗੀ। ਇਹ ਤਾਂ ਨਹੀਂ ਕਿ ਸਿਰਫ ਜੈਨਰਿਕ ਹੀ ਮਿਲਣਗੀਆਂ? ਨਹੀਂ ਜੀ, ਬਿਲਕੁਲ ਨਹੀਂ। ਜੈਨਰਿਕ ਨਹੀਂ, ਇੱਥੇ ਬ੍ਰਾਂਡਡ ਵੀ ਮਿਲਣਗੀਆਂ, ਜੈਨਰਿਕ ਵੀ ਮਿਲਣਗੀਆਂ ਅਤੇ ਸਰਜੀਕਲ ਆਈਟਮਸ ਵੀ ਮਿਲਣਗੇ। ਸਰਜੀਕਲ ਆਈਟਮ ਉਹਨਾਂ ਨੂੰ ਕਹਿੰਦੇ ਨੇ ਜਿਹਦੇ ਵਿੱਚ IV ਸੈੱਟ ਆ ਗਿਆ, ਤੁਹਾਡੇ ਜੈਲਕੋਜ਼ ਆ ਗਏ, IV ਫਲੂਇਡਸ ਆ ਗਏ। ਰੇਟਸ ਕਿਵੇਂ ਦੇ ਹੋਣਗੇ? ਬਾਕੀ ਮਾਰਕੀਟ ਨਾਲੋਂ ਕੀ ਫਰਕ ਹੋਊਗਾ? ਜਿੱਥੇ ਤੱਕ ਤਾਂ ਜੀ ਤੁਹਾਡਾ ਰਹਿ ਗਿਆ ਸਰਜੀਕਲਸ ਦਾ ਅਤੇ ਜੈਨਰਿਕ ਦਾ, ਉਹ ਤਾਂ ਜਿੰਨੀ MRP ਲਿਖੇ ਹੋਣਗੇ ਉਹ ਤੋਂ ਤੁਸੀਂ ਸਮਝੋ ਕਿ 70% ਘੱਟ ਹੋਣਗੇ। ਅਤੇ ਜਿਹੜੇ ਰਹਿ ਗਏ ਤੁਹਾਡੇ ਬ੍ਰਾਂਡਡ ਮੈਡੀਸਨਸ, ਉਹਦੇ ਵਿੱਚ ਅਸੀਂ ਘੱਟੋ ਘੱਟ 20% ਮਾਰਜਨ ਦੇਵਾਂਗੇ। ਸਾਡਾ ਲਾਸਟ ਉਹਦੇ 'ਚ ਇਹ ਹੈ ਕਿ ਸਾਡੀ ਖਰੀਦ ਤੋਂ ਘੱਟ ਨਹੀਂ ਹੋਣਾ ਚਾਹੀਦਾ। ਠੀਕ ਹੈ। ਪਰ ਲੇਕਿਨ ਜੇ ਸਾਡੀ ਖਰੀਦ 'ਤੇ ਵੀ ਆ ਕੇ ਸਾਨੂੰ ਹੁਣ 20% ਤੱਕ ਦਿੰਦਾ ਹੋਇਆ ਸੀ ਉਹ ਦੇਵਾਂਗੇ। ਤੁਸੀਂ ਕਮਾਈ ਕਰਨੀ ਹੈ ਜਾਂ ਤੁਸੀਂ ਸੇਵਾ ਕਰਨੀ ਹੈ? ਕਨਸੈਪਟ ਕੀ ਹੈ, ਮੋਟਿਵ ਕੀ ਹੈ? ਕਮਾਈ ਬਿਲਕੁਲ ਨਹੀਂ ਜੀ, ਇਸ ਕਰਨ ਦਾ ਕੋਈ ਇਰਾਦਾ ਇਸ ਕੰਮ 'ਚ। ਇਹ ਸਿਰਫ ਉਹਨਾਂ ਲੋਕਾਂ ਲਈ ਆ ਜਿਹੜੇ ਕਿ ਦਵਾਈਆਂ ਛੱਡ ਕੇ ਆਪਣੇ ਸਰੀਰ ਨੂੰ ਦਾ ਨੁਕਸਾਨ ਕਰਦੇ ਨੇ। ਇਹ ਉਹਨਾਂ ਲੋਕਾਂ ਲਈ ਆ ਜਿਹੜਾ ਕਿ ਇੱਕ ਵਾਰੀ ਮਹੀਨੇ 'ਚੋਂ ਡਾਕਟਰ ਤੋਂ ਪਰਚੀ ਲਿਖਾ ਲਿਆਉਂਦਾ, ਲੇਕਿਨ ਸਾਰੀ ਉਮਰ ਦੀ ਦਵਾਈ ਖਾਣੀ ਪੈਂਦੀ ਹੈ। ਇਹ ਬੇਸਿਕਲੀ ਉਹਨਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਕਰਨ ਦੀ ਆਏਗੀ। ਅਸੀਂ ਜਦੋਂ ਵੀ ਕਿਤੇ ਗੱਲ ਕਰਦੇ ਹਾਂ ਤਾਂ ਸਿਹਤ ਦੀ ਗੱਲ ਕਰਦੇ ਹਾਂ ਜਾਂ ਸਿੱਖਿਆ ਦੀ ਗੱਲ ਕਰਦੇ ਹਾਂ, ਤੇ ਸਾਡੇ ਦੇਸ਼ ਦੇ ਵਿੱਚ ਸਿਹਤ ਵੀ ਮਹਿੰਗੀ ਹੈ, ਸਿੱਖਿਆ ਵੀ ਮਹਿੰਗੀ ਹੈ। ਇਹ ਗੱਲ ਤੁਸੀਂ ਵੀ ਮੰਨੋਗੇ ਕਿ ਕਰੋੜਾਂ ਲੋਕ ਜਿਹੜੇ ਨੇ ਉਹ ਇਲਾਜ ਖੁਣੋਂ ਮਰ ਜਾਂਦੇ ਨੇ ਜਾਂ ਉਹਨਾਂ ਦੇ ਸਿਰ ਤੇ ਕਰਜ਼ਾ ਚੜ੍ਹ ਜਾਂਦਾ? ਮੈਂ ਤਾਂ ਇਸ ਬਾਰੇ ਬੇਨਤੀ ਕੀਤੀ ਸੀ ਜੀ ਹੁਣੇ ਵੀ ਕਿ ਹਰ ਸਾਲ ਸਰਕਾਰ ਦੀ ਫਿਗਰ ਹੈ, ਮੇਰੀ ਫਿਗਰ ਨਹੀਂ, 6 ਕਰੋੜ ਬੰਦਾ ਆਪਣੇ ਕਿਸੇ ਨਿਕਟਵਰਤੀ ਪ੍ਰੇਮ ਵਾਲੇ ਨੂੰ ਜਾਨ ਬਚਾਉਣ ਲਈ ਜਾਂ ਸੇਧ ਦੇਣ ਲਈ ਆਪਣੇ ਆਪ ਨੂੰ ਵੇਚ ਕੇ ਠੀਕ ਕਰਦਾ। ਅਤੇ ਉਹਦੇ ਵਿੱਚੋਂ 6 ਕਰੋੜ ਬੰਦਾ ਹਰ ਸਾਲ ਇਹ ਆ ਕਿ ਉਹ ਜਿਹੜੇ ਪਾਵਰਟੀ ਲਾਈਨ ਤੋਂ ਥੱਲੇ ਚਲੇ ਜਾਂਦੇ ਨੇ। ਪਾਵਰਟੀ ਲਾਈਨ ਤੋਂ ਥੱਲੇ ਲਿਆਉਣ ਦਾ ਮਤਲਬ ਮੇਰਾ ਇਹ ਹੈ ਕਿ ਉਹਨਾਂ ਸਿਹਤ ਬਚਾਉਂਦੇ ਆਪਣੀ ਰੋਟੀ ਤੋਂ ਵੀ ਜਾਂਦੇ ਰਹਿੰਦੇ ਨੇ। ਸਰਕਾਰ ਇਸ ਚੀਜ਼ ਤੋਂ ਬੜੀ ਭਲੀ ਤਰ੍ਹਾਂ ਜਾਣੂ ਆ, ਲੇਕਿਨ ਜੋ ਇਸ ਬਾਰੇ ਕੀਤੇ ਜਾ ਰਹੇ ਕਦਮ ਨੇ ਉਹਨਾਂ ਬਾਰੇ ਮੈਨੂੰ ਕੁਛ ਦਰਦ ਹੈ ਕਿ ਉਹ ਉਸ ਹਿਸਾਬ ਨਾਲ ਨਹੀਂ ਕੀਤੇ ਜਾਏ। ਇੰਸ਼ੋਰੈਂਸ ਕਰਤੀ, ਇੰਸ਼ੋਰੈਂਸ ਕੋਈ ਇਹਦਾ ਹੱਲ ਨਹੀਂ ਹੈ। ਜਿੰਨਾ ਚਿਰ ਸਟਾਕਿਸਟ ਦੀ ਪ੍ਰਾਈਸ ਅਤੇ MRP ਦੇ ਵਿਚਕਾਰ ਦਾ ਡਿਫਰੈਂਸ ਚੰਗੀ ਤਰ੍ਹਾਂ ਇਹਨੂੰ ਡਿਫਾਈਨ ਨਹੀਂ ਕੀਤਾ ਜਾਂਦਾ। ਜੇ ਸਟਾਕਿਸਟ ਮੈਨੂੰ 30 ਰੁਪਏ ਦੀ ਚੀਜ਼ ਦਿੰਦਾ, ਮੇਰਾ ਪ੍ਰੋਫਿਟ ਉਹਦੇ 'ਚ 25-30% ਤੋਂ ਵੱਧ ਡਿਫਾਈਨ ਹੋਣਾ ਚਾਹੀਦਾ ਅਤੇ MRP ਉਹੀ ਹੋਣੀ ਚਾਹੀਦੀ ਹੈ। ਅਤੇ ਜੇ ਉਹ ਨਹੀਂ ਕਰਨਗੇ ਇਹਦਾ ਮਤਲਬ ਕਿਸੇ ਪਾਸੇ ਕਿਸੇ ਦਾ ਪਾਪ ਬੋਲਦਾ ਪਿਆ। ਸਵਾਲ ਇਹੀ ਹੈ ਵੀ ਜਿਹੜੀਆਂ ਇਹ MRP ਹੈ ਇਹ ਕੌਣ ਨਿਰਧਾਰਿਤ ਕਰਦਾ ਹੈ ਅਤੇ ਇਹ ਕਾਰਨ ਕੀ ਹੈ ਕਿ ਜਿਹੜੀ 2 ਰੁਪਏ 25 ਰੁਪਏ ਜਾਂ 2.5 ਰੁਪਏ ਦੀ ਚੀਜ਼ ਆ ਉਹਦੇ 'ਤੇ 15 ਰੁਪਏ ਦੀ MRP ਆ ਜਾਂਦੀ ਹੈ? ਕਿਉਂ ਹੈ? ਇਹ ਸਰਕਾਰ ਨਿਰਧਾਰਿਤ ਕਰਦੀ ਹੈ ਜੀ। ਜਿਹੜੀ ਕੰਪਨੀਆਂ ਦੀ ਸੇਲ 5 ਕਰੋੜ ਤੱਕ ਹੈਗੀ ਸਾਲਾਨਾ, ਉਹਨਾਂ ਦੀ MRP ਸਟੇਟ ਗੌਰਮੈਂਟ ਕਰਦੀ ਹੈ ਨਿਰਧਾਰਿਤ। ਜਿਹੜੀਆਂ 5 ਕਰੋੜ ਤੋਂ ਉੱਤੇ ਹੈ ਉਹਨਾਂ ਦੀ ਸੈਂਟਰ ਗੌਰਮੈਂਟ ਕਰਦੀ ਹੈ। ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ ਜੀ। ਮੇਰਾ ਬੱਚਾ ਸੁਪਰ ਸਪੈਸ਼ਲਿਸਟ ਬਣ ਕੇ ਆਇਆ, ਇੱਕ ਵਾਕਫਕਾਰ ਦਵਾਈਆਂ ਵਾਲਾ ਉਹਨੂੰ ਘੁਮਾਉਣ ਲਈ ਲੈ ਗਿਆ। ਉਹ ਇਹ ਕਹਿ ਕੇ ਲੈ ਗਿਆ, ਕਹਿੰਦਾ ਆ ਤੈਨੂੰ ਘੁਮਾ ਕੇ ਲਿਆਵਾਂ। ਉਹਨੂੰ ਕਾਰ 'ਚ ਬੈਠੇ ਬੈਠੇ ਨੂੰ 2 ਲੱਖ ਰੁਪਏ ਪਕੜਾਉਣ ਲੱਗਾ।
ਖੈਰ ਬੱਚੇ ਮੇਰੇ 'ਚ ਥੋੜ੍ਹੀ ਬਹੁਤੀ ਮੈਂ ਸਮਝਦਾ ਤੀ ਅਣਖ ਸੀ। ਉਹ ਕਹਿੰਦਾ ਇਹ ਕੰਮ ਮੇਰੇ ਨਾਲ ਕਰੋ, ਉਹ ਕਿਉਂ ਦੇ ਰਹੇ ਸੀ ਪੈਸੇ? ਵੀ ਮੇਰੀਆਂ ਦਵਾਈਆਂ ਲਿਖੋ, ਦਵਾਈਆਂ ਲਿਖੋ ਤਾਂ MRP 'ਤੇ ਵਿਕਣਗੀਆਂ। ਪਰ ਸਰਕਾਰ ਤਾਂ ਕਹਿੰਦੀ ਹੈ ਕਿ ਤੁਸੀਂ ਸਾਲਟ ਲਿਖੋ, ਦਵਾਈਆਂ ਨਾ ਲਿਖੋ। ਸਾਲਟ ਤਾਂ ਲਿਖਦੇ ਆ ਜੀ, ਸਾਲਟ ਇਹ ਸਾਲਟ ਵਾਲਾ ਸਿਸਟਮ ਰਾਣਾ ਜੀ ਉਦੋਂ ਖਤਮ ਹੋ ਗਿਆ ਜਦੋਂ ਤੁਸੀਂ ਮੈਡੀਕਲ ਐਜੂਕੇਸ਼ਨ ਪ੍ਰਾਈਵੇਟ ਹੱਥਾਂ ਦੇ ਹੱਥ 'ਚ ਪਾਤੀ। ਅਸੀਂ ਅਸੀਂ ਸਰਕਾਰੀ ਕਾਲਜਾਂ 'ਚ ਪੜ੍ਹੇ ਹਾਂ ਅਤੇ ਸਰਕਾਰੀਆਂ ਵਿੱਚ ਹੀ ਪੋਸਟ ਗ੍ਰੈਜੂਏਸ਼ਨ ਕੀਤੀ ਆ। ਅਸੀਂ ਹਜੇ ਵੀ ਸਾਲਟ ਲਿਖਦੇ ਹਾਂ। ਅੱਜ ਤਾਂ ਸਾਲਟ ਲਿਖ ਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੰਦੇ ਨੂੰ ਜਾਵੇ ਵੀ ਜੈਨਰਿਕ, ਤਾਂ ਕਿ ਦਵਾਈ ਖਾਂਦਾ ਰਹੂ ਅਤੇ ਉਹਨੂੰ ਫਾਇਦਾ ਵੀ ਹੋ। ਪਰ ਬਹੁਤੇ ਡਾਕਟਰ ਤਾਂ ਬ੍ਰਾਂਡਡ ਲਿਖਦੇ ਆ ਨਾ। ਦੇਖੋ ਜਿਹੜਾ ਡਾਕਟਰ ਬ੍ਰਾਂਡ ਲਿਖਦਾ, ਮੈਂ ਕਿਸੇ ਬਾਰੇ ਕੋਈ ਕਿੰਤੂ ਨਹੀਂ ਕਹਿਣਾ ਚਾਹੁੰਦਾ, ਜਾਂ ਤਾਂ ਉਹਨੂੰ ਉਹਦੇ ਸਾਲਟਾਂ ਦਾ ਪਤਾ ਨਹੀਂ, ਉਹ ਬ੍ਰਾਂਡ ਦਾ ਇਕੱਲੇ ਦਾ ਪਤਾ ਵੀ ਇਹਦੇ ਸਾਲਟ ਕੀ ਨੇ, ਜਾਂ ਉਹਦੇ ਮਨ ਵਿੱਚ ਕੋਈ ਹੋਰ ਗੱਲ ਹੈਗੀ ਆ। ਇਸ ਕਰਕੇ ਨਹੀਂ ਹੋ ਸਕਦਾ ਕਿ ਬੰਦਾ ਸਾਲਟ ਕਿਉਂ ਨਾ ਰੱਖੇ, ਕਿਉਂਕਿ ਤੁਹਾਨੂੰ ਠੀਕ ਜੇ ਤੁਹਾਡੀ ਸਿਹਤ ਯਾਬੀ ਹੋਣੀ ਆ ਉਹ ਸਾਲਟ ਨੇ ਕਰਨੀ ਆ, ਬ੍ਰਾਂਡ ਨੇ ਨਹੀਂ ਕਰਨੀ। ਸਾਨੂੰ ਤਾਂ ਇਹ ਵੀ ਪਤਾ ਲੱਗਦਾ ਡਾਕਟਰ ਸਾਹਿਬ, ਤੁਸੀਂ ਬਿਹਤਰ ਜਾਣਦੇ ਹੋਵੋਗੇ ਕਿ ਜਿਹੜੇ ਡਾਕਟਰ ਜਿਹੜੀ ਕੰਪਨੀ ਦੀ ਦਵਾਈ ਜ਼ਿਆਦਾ ਲਿਖਦੇ ਆ, ਫਿਰ ਉਹ ਕੰਪਨੀ ਵਰਲਡ ਟੂਰ ਵੀ ਲਵਾਉਂਦੀ ਹੈ, ਦੇਸ਼ਾਂ ਦੇ ਟੂਰ ਵੀ ਲਵਾਉਂਦੀ ਹੈ, ਗੱਡੀਆਂ ਤੱਕ ਵੀ ਦਿੰਦੀ ਹੈ, ਹੋਰ ਬਹੁਤ ਕੁਝ ਦਿੰਦੀ ਹੈ। ਇਹ ਸਭ ਕੁਝ ਜਗ ਜ਼ਾਹਰ ਹੈ ਜੀ। ਇਸ ਬਾਰੇ ਇਹੀ ਕਾਰਨ ਹੈ ਕਿ ਅੱਜ ਦੀ ਦਿਹਾੜੀ ਡਾਕਟਰ ਅਤੇ ਪੇਸ਼ੈਂਟ ਦਾ ਰਿਲੇਸ਼ਨਸ਼ਿਪ ਬੜੇ ਇੱਕ ਨਾਜ਼ੁਕ ਦੌਰ 'ਚ ਵਿਗੜ ਜਾ ਰਿਹਾ ਹੈ। ਇਹ ਨਾਜ਼ੁਕ ਦੌਰ 'ਚੋਂ ਨਿਕਲਣ ਦਾ ਤਰੀਕਾ ਸਰਕਾਰ ਨੂੰ ਡਾਕਟਰ ਦੀ ਮਦਦ ਕਰਨੀ ਚਾਹੀਦੀ ਹੈ। ਮਦਦ ਇਸੇ ਤਰ੍ਹਾਂ ਹੀ ਹੋ ਸਕਦੀ ਆ ਜਦੋਂ ਕਿ ਉਹ ਸਟਾਕਿਸਟ ਪ੍ਰਾਈਸ ਤੋਂ MRP ਦਾ ਡਿਫਰੈਂਸ ਡਿਫਾਈਨ ਕਰ ਦੇਣਗੇ, ਕਿਸੇ ਕੋਲ ਕੋਈ ਫालतू ਪੈਸਾ ਹੀ ਨਹੀਂ ਰਹੂਗਾ। ਕੋਸ਼ਿਸ਼ ਕੀਤੀ ਸੀਗੀ ਇਸ ਢੰਗ ਦੇ ਨਾਲ ਕਿ ਜਿਹੜਾ ਸਟਾਕਿਸਟ ਦਾ ਰੇਟ ਹੈ ਜਾਂ MRP ਦਾ ਗੈਪ ਹੈ ਉਹ ਘਟ ਜਾਵੇ। ਕੋਸ਼ਿਸ਼ ਇਹਦੀ ਦੇਸ਼ ਦੋ ਅਥਾਰਟੀਆਂ ਨੇ ਜੀ ਇਹਦੇ 'ਚ। ਇੱਕ NPPA ਕਹਿੰਦੇ ਆ ਛੋਟੇ ਲਫ਼ਜ਼ਾਂ 'ਚ, ਉਹ ਸਟੈਂਡ ਕਰਦੀ ਆ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ। ਉਹਨਾਂ ਕੋਲ ਅਸੀਂ 3 ਵਾਰੀ ਜਾ ਚੁੱਕੇ ਹਾਂ। ਇੱਕ ਗਰੁੱਪ ਦੇ ਰੂਪ ਵਿੱਚ ਜਾ ਚੁੱਕੇ ਹਾਂ, ਇੱਕ ਸੰਸਥਾ ਦੇ ਰੂਪ ਵਿੱਚ ਜਾ ਚੁੱਕੇ ਹਾਂ, ਉੱਥੇ ਲਿਖ ਕੇ ਦੇ ਆਏ ਹਾਂ ਉਹਨਾਂ ਨੂੰ। ਲੇਕਿਨ ਹਾਂ ਦੇਖਤੇ ਹੈ ਕਰਤੇ ਹੈ, ਦੇਖਤੇ ਹੈ ਕਰਤੇ ਹੈ। ਜਵਾਬ ਕੀ ਸੀ ਉਹਨਾਂ ਦਾ? ਮੈਨੂੰ ਇੱਕ ਚੇਅਰਮੈਨ ਨੇ ਇੱਥੇ ਤੱਕ ਘੂਰਤਾ, ਕਹਿੰਦਾ ਤੂੰ ਪ੍ਰਾਈਮ ਮਿਨਿਸਟਰ ਨੂੰ ਚਿੱਠੀਆਂ ਲਿਖਦਾ। ਮੈਂ ਕਿਹਾ ਜੀ ਮੈਂ ਲਿਖਦਾ ਵੀ ਸੀ, ਮੈਂ ਲਿਖਦਾ ਰਹੂੰਗਾ ਅਤੇ ਲਿਖਦਾ ਰਹੇਗਾ ਵੀ ਆ। ਤੁਸੀਂ ਮੈਨੂੰ ਇਸ ਚੀਜ਼ ਬਾਰੇ ਕਹਿਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਹੈਗੇ ਹੋ। ਨਹੀਂ ਕੋਈ ਕਾਰਨ ਕੀ ਦੱਸਿਆ ਉਹਨਾਂ ਨੇ ਵੀ ਜਿਹੜਾ ਸਟਾਕਿਸਟ ਦਾ ਰੇਟ ਹੈ ਤੇ MRP ਦਾ ਰੇਟ ਹੈ ਉਹਦਾ ਫਰਕ ਕੀ ਹੈ? ਉਹ ਕਹਿੰਦੇ ਜੀ MSME ਵਾਲੇ ਨਹੀਂ ਮੰਨਦੇ। ਮੈਂ ਕਿਹਾ MSE ਵਾਲੇ ਕਿਉਂ ਨਹੀਂ ਮੰਨਦੇ ਜਦ ਮੈਨੂੰ ਉਹਨੇ 11 ਰੁਪਏ ਵਾਲੀ ਗੋਲੀ 2 ਰੁਪਏ ਨੂੰ ਦੇ ਦਿੱਤੀ ਆ, ਲਿਖਤੀ ਰੂਪ ਵਿੱਚ ਦਿੱਤੀ ਆ। ਉਹਦੇ 'ਚ ਉਹਨੇ ਟੈਕਸ ਵੀ ਚਾਰਜ ਕਰ ਲਿਆ, ਆਪਣੇ ਸਟਾਕਸ ਦੇ ਕਮਿਸ਼ਨ ਵੀ ਵਿੱਚੋਂ ਉਹਨੇ ਲੈ ਲਿਆ, ਮੈਨੂੰ ਲਿਖ ਕੇ ਉਹਨੇ ਬਿੱਲ ਦੇ ਰੂਪ ਵਿੱਚ ਦਿੱਤੀ ਆ। ਜਿਹੜੇ MRP ਤੇ ਸਟਾਕਿਸਟ ਦੇ ਰੇਟ ਦਾ ਫਰਕ ਹੈ ਇਹ ਫਿਰ ਕੌਣ ਕਮਾਈ ਕਰਦਾ? ਰਿਟੇਲਰ ਕਰਦੇ ਨੇ। ਰਿਟੇਲਰ ਕਮਾਈ, ਅਸਲੀ ਤਾਂ ਕਮਾਈ ਇਸੇ 'ਚ ਹੀ ਆ। ਰਿਟੇਲਰ ਤਾਂ ਦੇਖੋ ਅੱਜ ਦੀ ਦਿਹਾੜੀ ਇਸ ਚੀਜ਼ ਕੋਈ ਗੈਰ ਕਾਨੂੰਨੀ ਨਹੀਂ ਕਰਦਾ, ਕਿਉਂਕਿ ਉਹਨੂੰ ਇੱਕ ਕਾਨੂੰਨੀ ਸ਼ੀਲਡ ਮਿਲੀ ਹੋਈ ਹੈ ਉੱਤੇ MRP ਲਿਖੀ ਹੋਣ ਦੀ। ਪਰ ਤੁਹਾਨੂੰ ਪਤਾ ਹੈ ਕਿ ਜਦੋਂ ਹੁਣ ਤੁਸੀਂ ਸਸਤੀਆਂ ਦਵਾਈਆਂ ਦਿਓਗੇ, ਘੱਟ ਰੇਟ ਤੇ ਦਿਓਗੇ, ਘੱਟ ਮਾਰਜਨ ਲਓਗੇ, ਤਾਂ ਬਾਕੀਆਂ ਨੇ ਮੈਡੀਕਲ ਐਸੋਸੀਏਸ਼ਨ ਵਾਲੇ ਨੇ ਬਾਡੀ ਜਿਹੜੀ ਕੈਮਿਸਟ ਐਸੋਸੀਏਸ਼ਨ ਆ ਉਹਦੇ ਤੁਹਾਡੇ ਖਿਲਾਫ ਹੋ ਜਾਣਾ। ਦੇਖੋ ਜੀ ਮੈਂ ਉਹਨਾਂ ਨੂੰ ਕਹੂੰਗਾ ਭਾਈ ਸਾਹਿਬ ਮੈਂ ਤਾਂ ਦੱਸੋ ਮੈਂ ਹਰ ਇੱਕ ਤੋਂ ਬਿੱਲ ਲੈ ਕੇ ਦਿੰਦਾ। ਹੁਣ ਮੈਂ ਕਹਿੰਦਾ ਮੈਂ ਨਹੀਂ ਕਮਾਉਣੇ, ਤੁਹਾਨੂੰ ਕੀ ਇਤਰਾਜ਼? ਉਹਨਾਂ ਦੇ ਬਿਜ਼ਨਸ ਤੇ ਇਫੈਕਟ ਪੈਂਦਾ। ਨਹੀਂ ਉਹਨਾਂ ਦੇ ਬਿਜ਼ਨਸ ਦੇ ਇਫੈਕਟ ਪਏ ਤਾਂ ਹੁਣ ਇਹ ਤਾਂ ਮੈਂ ਦੇਖੋ ਜੀ ਉਹਨਾਂ ਨੂੰ ਪਾਲਣ, ਜੇ ਸਰਕਾਰ ਪਾਲਦੀ ਹੈ ਮੈਂ ਤਾਂ ਪਾਲਣਾ ਨਹੀਂ, ਮੈਂ ਤਾਂ ਆਪਣੇ ਮਰੀਜ਼ ਪਾਲਣੇ ਆ। ਮੈਂ ਤਾਂ ਮਰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ, ਨਾ ਕਿ ਮੈਂ ਕਿਸੇ ਨੂੰ ਇਸ ਕੰਮ ਲਈ ਕਹਿਣਾ ਕਿ ਭਾਈ ਤੁਸੀਂ ਇਹ ਕਰ ਦਿਓ ਮੈਂ ਵੀ ਇਹ ਕਰੂੰਗਾ। ਪ੍ਰੈਸ਼ਰ ਚੱਲਣ ਲਈ ਤਿਆਰ ਹੋ? ਤੁਹਾਡੇ ਤੇ ਪ੍ਰੈਸ਼ਰ ਵੀ ਪੈਣਾ ਕੱਲ੍ਹ ਨੂੰ ਕਿ ਤੁਸੀਂ ਕਿਉਂ ਸਸਤੀਆਂ ਦਵਾਈਆਂ ਦੇ ਰਹੇ ਹੋ? ਰਾਣਾ ਜੀ ਪ੍ਰੈਸ਼ਰ ਤਾਂ ਅੱਜ ਤੱਕ ਇਹ ਸਰੀਰ ਬਣੇ ਪ੍ਰੈਸ਼ਰ ਚੱਲਣ ਨੂੰ। ਅੱਜ ਤੱਕ ਸੁਤੰਤਰਤਾ ਸੈਨੀ ਦਾ ਮੈਂ ਦੋਹਤਾ, ਸ਼ਹੀਦ ਦਾ ਮੈਂ ਭਾਣਜਾ, ਸਟੂਡੈਂਟ ਮੂਵਮੈਂਟ 'ਚ ਮੈਂ ਰਿਹਾ। ਅੱਜ ਤੱਕ ਸੱਚ ਬੋਲਣ ਤੋਂ ਅੱਜ ਤੱਕ ਤਾਂ ਕਤਰਿਆ ਨਹੀਂਗਾ, ਅਤੇ ਜਿੰਨਾ ਚਿਰ ਇਹ ਭਾਂਡਾ ਹੈਗਾ ਉਹਨਾਂ ਚਿਰ ਸੱਚ ਬੋਲਣੋਂ ਨਹੀਂ ਕਤਰਿਆ ਜਾਊ, ਤਾਂ ਨਾ ਸੱਚ ਕਰਨ ਤੋਂ ਟਲੂਗਾ। ਕੋਈ ਵੀ ਆ ਕੇ ਤੁਹਾਡੇ ਮੈਡੀਕਲ ਸਟੋਰ ਤੋਂ ਦਵਾਈ ਲੈ ਸਕਦਾ? ਕੋਈ ਵੀ ਕਿਤੋਂ ਵੀ ਆ ਕੇ, ਸਾਰੇ ਹਿੰਦੁਸਤਾਨ 'ਚੋਂ ਆ ਕੇ। ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ, ਸਾਤੋਂ ਰਾਂਚੀ ਤੋਂ ਵੀ ਇੱਕ ਬੰਦਾ ਆ ਕੇ ਲੈ ਕੇ ਜਾਂਦਾ। ਉਹ ਕਹਿੰਦਾ ਮੇਰੀ ਇਹ ਮੈਡੀਸਨ ਆ, ਤੁਸੀਂ ਮੈਨੂੰ ਆਹ ਭੇਜ ਦਿਓ। ਆਪਣੀ ਉਹ ਜਿਹੜੀ ਸਲਿੱਪ ਆ ਸਾਨੂੰ WhatsApp ਕਰ ਦਿੰਦਾ, ਅਸੀਂ ਉਹਨੂੰ ਕੋਰੀਅਰ ਕਰ ਦਿੰਦੇ ਆ ਨਾਲ ਬਿੱਲ ਬਣਾ ਕੇ। ਇੱਕ ਵਾਰ ਦੱਸ ਦਿਓ ਦਰਸ਼ਕਾਂ ਨੂੰ ਕਿ ਕਿੱਥੇ ਖੋਲ੍ਹਿਆ, ਕਿੱਥੇ ਜਗ੍ਹਾ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ 'ਚ ਸਵਾਲ ਹੋਣਗੇ ਕਿ ਪਤਾ ਨਹੀਂ ਕਿੱਥੇ ਖੋਲ੍ਹਿਆ। ਲੁਧਿਆਣਾ ਦੇ ਵਿੱਚ ਇਹ ਜੀ ਅਸੀਂ ਗੁਰਦੇਵ ਨਗਰ ਦੇ ਵਿੱਚ ਹੈਗੇ ਆ ਹਾਜ਼ਰ। ਇਹ ਜਿਹੜੀ ਆਪਣੀ ਟੈਂਕੀ ਤੋਂ ਮਲਹਾਰ ਰੋਡ 'ਤੇ ਸੜਕ ਜਾਂਦੀ ਹੈ ਉੱਥੇ ਸਥਾਪਿਤ ਹੈਗਾ। ਹਸਪਤਾਲ ਦੇ ਵਿੱਚ ਹੈਗਾ। ਇੱਕ ਛੋਟੀ ਜਿਹੀ ਦੁਕਾਨ ਹੈ, ਲੇਕਿਨ ਇਹਦੇ ਸਮਾਨ ਸਾਰਾ ਮਿਲੂਗਾ। ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੋਊਗੀ ਅਸੀਂ ਉਹਨਾਂ ਨੂੰ
ਕੁਝ ਘੰਟਿਆਂ ਵਿੱਚ ਜਾਂ ਇੱਕ ਅੱਧੇ ਦਿਨ 'ਚ ਅਰੇਂਜ ਕਰਕੇ ਪਹੁੰਚਦੀ ਕਰਾਂਗੇ। ਗਰੇਵਾਲ ਸਾਹਿਬ, ਹੋ ਸਕਦਾ ਕਿ ਇਹ ਵੀ ਸਵਾਲ ਹੋਵੇ ਕਿ ਕਿਤੇ ਤੁਸੀਂ ਬਿਜ਼ਨਸ ਮਾਈਂਡ ਤੇ ਤੌਰ ਤੇ ਤਾਂ ਨਹੀਂ ਇਸ ਤਰ੍ਹਾਂ ਕਰ ਰਹੇ? ਦੇਖੋ, ਜੇ ਘੱਟ ਪ੍ਰੋਫਿਟ ਲੈ ਕੇ ਜੇ ਇਹਨੂੰ ਬਿਜ਼ਨਸ ਕਹਿੰਦੇ ਆ, ਇਹਨੂੰ ਕੋਈ ਵੀ ਨਾਮ ਦੇ ਦਿਓ, ਲੇਕਿਨ ਇੱਕ ਮੈਂ ਚੀਜ਼ ਦਾਅਵੇ ਨਾਲ ਕਹਿਣਾ, ਜੇ ਮੇਰਾ ਕੋਈ ਸਟਾਫ ਵੀ ਇਹੋ ਜਿਹੀ ਕੋਈ ਹੇਰਾਫੇਰੀ ਕਰੂਗਾ, ਮੈਂ ਉਹਨਾਂ ਨੂੰ ਵੀ ਨਹੀਂ ਬਖਸ਼ੂੰਗਾ। ਜਿੰਨੇ ਰੇਟਾਂ ਤੇ ਆਉਗੇ ਥੋੜਾ ਜਿਹਾ ਮਾਰਜਨ ਲੈ ਕੇ ਵੇਚੋਗੇ? ਜਿੰਨੀ ਵੀ ਰੇਟ ਤੇ ਆਊਗੀ, ਮੈਂ ਸਿਰਫ ਖਰਚੇ ਕੱਢਣੇ ਆ, ਇਹਨਾਂ ਨੂੰ ਤਨਖਾਹਾਂ ਵੀ ਦੇਣੀਆਂ। 5 ਬੰਦਿਆਂ ਨੂੰ ਮੈਂ ਮੁਲਾਜ਼ਮਤ ਦਿੱਤੀ ਹੋਈ ਹੈ, ਇੱਕ ਜਗ੍ਹਾ ਰੱਖੀ ਹੋਈ ਹੈ, ਉੱਥੇ ਬਿਜਲੀ ਲੱਗੀ ਹੋਈ ਹੈ। ਸਿਰਫ ਉਹ ਖਰਚਾ ਤੁਸੀਂ ਇਹੋ ਜਿਹੇ ਖਰਚੇ ਕੱਢ ਕੇ ਹੋਰ ਜੇ ਮੈਨੂੰ ਕਹੇ ਮੈਂ ਕਿ ਇਹਦੇ 'ਚ ਕੋਈ ਪਲਾਟ ਕੱਢ ਲੂੰ ਜਾਂ ਮੈਂ ਕੋਠੀਆਂ ਕੱਢ ਲੂੰ ਜਾਂ ਮੈਂ ਗੱਡੀਆਂ ਕੱਢ ਲੂੰ, ਉਸ ਲਈ ਮੈਨੂੰ ਜਦ ਮਰਜ਼ੀ ਮੇਰੀ ਕੋਈ ਵੀ ਅਕਾਊਂਟੈਂਸੀ ਕਰ ਲੇ, ਮੈਂ ਇਸ ਤੋਂ ਜ਼ਿੰਮੇਵਾਰ। ਮਾਰਕੀਟ ਨਾਲੋਂ ਬਹੁਤ ਫਰਕ ਹੋਊਗਾ ਰੇਟਾਂ ਦਾ? ਇਹ ਤੁਸੀਂ ਜੀ ਆਪਣਾ ਕਿਸੇ ਤੋਂ ਵੀ ਜਾ ਕੇ ਇੱਥੋਂ ਬਿੱਲ ਲੈ ਲਿਓ, ਬਿੱਲ ਹੀ ਤੁਹਾਨੂੰ ਦੱਸ ਦੂਗਾ ਬਈ ਇਹ ਕਿੰਨਾ ਫਰਕ ਆਉਂਦਾ ਹੈ। ਅੱਛਾ, ਕੀ ਤੋਂ ਇੰਸਪਾਇਰ ਹੋਏ ਹੋ ਤੁਸੀਂ ਕਿ ਮੈਂ ਇਸ ਤਰ੍ਹਾਂ ਦਾ ਮੋਦੀਖਾਨਾ ਖੋਲ੍ਹਣਾ, ਦਵਾਈਆਂ ਸਸਤੀਆਂ ਮਿਲ ਜਾਣ ਲੋਕਾਂ ਨੂੰ? ਮੈਂ ਇੰਸਪਾਇਰ ਜਦੋਂ ਮੈਂ ਸਰਕਾਰ ਤੋਂ ਵੱਲੋਂ ਹੱਥ ਨਹੀਂ ਪੈਂਦਾ ਦੇਖਿਆ। ਲਾਸਟ ਮੈਂ 6 ਮਾਰਚ 2020 'ਚ ਜਾ ਕੇ ਆਇਆ, ਨੀਤੀ ਆਯੋਗ ਦੇ ਮੈਂਬਰ ਜਿਹੜੇ ਹੈਗੇ ਉਹਨਾਂ ਨੂੰ ਮਿਲ ਕੇ ਆਇਆ। ਕਹਿੰਦੇ ਹਾਂ ਫਰਕ ਤਾਂ ਬਹੁਤ ਹੈ। ਮੈਂ ਕਿਹਾ ਜੀ ਦੇਖੋ, ਮੈਂ ਡਾਕਟਰ ਹਾਂ, ਮੈਨੂੰ ਕੋਈ ਨੁਕਸਾਨ ਨਹੀਂ ਹੁੰਦਾ, ਇਹਦੇ ਰਗੜਾ ਮਰੀਜ਼ ਨਹੀਂ ਜਾਣਦਾ, ਮਰੀਜ਼ ਜਾਂਦਾ। ਕਹਿੰਦੇ ਬਿਲਕੁਲ ਠੀਕ ਬੋਲ ਰਹੇ ਹੋ, ਉਹ ਵੀ ਡਾਕਟਰ ਨੇ। ਪਰ ਮੈਂ ਕਿਹਾ ਫਿਰ ਕਰੋ ਨਹੀਂ। ਪਰ ਮੇਰਾ ਮਨ ਉਦੋਂ ਟੁੱਟ ਗਿਆ, ਸੱਚੀ ਗੱਲ ਦੱਸਾਂ, ਜਦੋਂ ਕਰੋਨੇ ਦਾ ਕਹਿਰ ਆਇਆ। ਜਿਹੜੀ 1.5 ਰੁਪਏ ਦੀ ਮਾਸਕ ਸੀ ਉਹ 70 ਰੁਪਏ ਦੀ ਹੋ ਗਈ, ਜਦ ਕਿ ਇਕਨੋਮਿਕਸ ਦਾ ਇੱਕ ਅਸੂਲ ਕਹਿੰਦਾ ਜਦੋਂ ਡਿਮਾਂਡ ਵਧੇ ਉਦੋਂ ਚੀਜ਼ ਸਸਤੀ ਹੋਣੀ ਚਾਹੀਦੀ ਹੈ। ਇੱਥੇ ਸਸਤੀ ਹੋਣ ਦੀ ਬਜਾਏ ਇੱਥੇ 6-6 ਗੁਣਾ ਮਹਿੰਗੀ ਹੋ ਗਈ। ਉਦੋਂ ਮੈਂ ਲੋਕਾਂ ਨੇ ਸੋਚਿਆ ਹੱਥ ਰੰਗੇ ਨੇ। ਮੈਂ ਕਿਹਾ ਗੁਰਿੰਦਰ ਸਿੰਘ, ਇਹ ਇਸ ਤਰ੍ਹਾਂ ਕੰਮ ਨਹੀਂ ਬਣਨਾ, ਤੂੰ ਜਿੰਨੀ ਆਪਣੇ ਲੈਵਲ ਤੇ ਸੇਵਾ ਕਰ ਸਕਦਾ ਕਰ। ਸਿੰਘ ਸਾਹਿਬ ਤੋਂ ਅਕਾਲ ਤਖਤ ਦੀ ਸ਼ਰਨ ਲਈ ਆ, ਅਕਾਲ ਤਖਤ ਦੀ ਸ਼ਰਨ ਇਸ ਕਰਕੇ ਲਈ ਆ ਕਿ ਇਹਨਾਂ ਦੀ ਗੱਲ ਸਾਰਾ ਜਗਤ ਸੁਣਦਾ। ਅਸੀਂ ਕਿਸੇ ਜਾਤ ਨਾਲ ਨਹੀਂ ਕੀਤੀ, ਅਸੀਂ ਕਿਸੇ ਧਰਮ ਨਾਲ ਨਹੀਂ ਕੀਤੀ, ਅਸੀਂ ਕਿਸੇ ਕੌਮ ਨਾਲ ਨਹੀਂ ਕੀਤੀ, ਅਸੀਂ ਸਿਰਫ ਇਨਸਾਨੀਅਤ ਨਾਲ ਕੀਤੀ ਆ, ਤਾਂ ਕਿ ਹਰ ਕੋਈ ਜਿਹੜਾ ਜੀਵ ਹੈਗਾ, ਜਿੰਦਾ ਜੀ ਇਨਸਾਨੀਅਤ ਦੇ ਹਿਸਾਬ ਨਾਲ, ਉਹਨੂੰ ਇਹ ਸੋਚ ਦਾ ਫਾਇਦਾ ਹੋ ਸਕੇ ਤੇ ਹਰ ਕੋਈ ਆ ਕੇ ਅੱਗੇ। ਹੁਣ ਸਾਬਕਾ DGP ਸਾਹਿਬ, ਇਹਨਾਂ ਨੇ ਕੀ ਲੈਣਾ ਜੀ ਇਸ ਕੰਮ 'ਚ? ਵਧੀਆ ਆਮ ਬੰਦਾ ਕਹਿੰਦਾ ਮੈਂ ਪੈਨਸ਼ਨ ਮਿਲਦੀ ਆ ਮੈਨੂੰ, ਮੈਂ ਕੀ ਲੈਣਾ? ਮੇਰੇ ਨਾਲ ਇਹਨਾਂ ਸੋਚ ਰਲਾਈ ਆ। ਚੰਡੀਗੜ੍ਹ ਚੱਲ ਕੇ ਆਏ ਆ, ਉਹ ਕਹਿੰਦਾ 5 ਮੈਂ ਥੋੜਾ ਸੈਟਲ ਹੋ ਜਾ, ਮੈਂ ਕਹਿੰਦਾ 5 ਮੈਂ ਖੋਲੂੰਗਾ। ਹੋਰ ਜਗ੍ਹਾ ਵੀ ਖੁੱਲ੍ਹਣੇ ਚਾਹੀਦੇ ਨੇ? ਤੁਹਾਨੂੰ ਲੱਗਦਾ ਬਹੁਤ ਲੋੜ ਹੈ ਮੋਦੀਖਾਨਿਆਂ ਦੀ, ਦਵਾਈਆਂ ਦੀ ਖਾਸ ਕਰਕੇ? ਬਿਲਕੁਲ ਖੁੱਲ੍ਹਣਗੇ ਜੀ। ਅੱਜ ਜਲੰਧਰ ਤੋਂ ਵੀ ਡਾਕਟਰ ਸਾਹਿਬ ਨੇ ਆਉਣਾ ਸੀ, ਉਹ ਕਿਸੇ ਕੰਮ 'ਚ ਉਲਝ ਗਏ। ਜਗਰਾਓਂ ਤੋਂ ਵੀ ਡਾਕਟਰ ਸਾਹਿਬ ਨੇ ਆਉਣਾ ਸੀ, ਉਹ ਉਲਝ ਗਏ। ਇਹ ਸੋਚ ਦਿਨੋਂ ਦਿਨ ਵਧੂਗੀ ਜੇ ਗੁਰੂ ਦੀ ਕਿਰਪਾ ਹੋਈ ਤਾਂ। ਜੇ ਦੁਨੀਆ ਦੀ ਖੱਜਲ ਖੁਆਰੀ ਲਿਖੀ ਹੋਈ ਰੱਬ ਨੇ, ਜਿਵੇਂ ਆ ਕਰੋਨਾ ਵਾਂਗੂ ਲਿਖੀ ਹੋਈ, ਫਿਰ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਪਰ ਇਹ ਸੋਚ ਮੇਰੇ ਹਿਸਾਬ ਨਾਲ ਸਭ ਪਾਸੇ ਜਾਊਗੀ। ਡਾਕਟਰ ਸਾਹਿਬ, ਅਸੀਂ ਬਹੁਤ ਖੁਸ਼ ਹੋ ਜਾਂਦੇ ਹਾਂ ਜਦੋਂ ਕੋਈ ਸਾਡਾ ਜਾਣਕਾਰ ਮੈਡੀਕਲ ਸਟੋਰ ਵਾਲਾ, ਕੈਮਿਸਟ ਸ਼ਾਪ ਵਾਲਾ ਸਾਨੂੰ 50 ਰੁਪਏ ਵਾਲੀ ਚੀਜ਼ 'ਚੋਂ 5 ਰੁਪਏ ਛੱਡ ਦਿੰਦਾ, 70 ਵਾਲੀ ਚੀਜ਼ 'ਚੋਂ 20 ਰੁਪਏ ਛੱਡ ਦਿੰਦਾ। ਸਾਨੂੰ ਲੱਗਦਾ ਸੀ ਉਹਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਾਨੂੰ ਹਾਲੇ ਹੋਰ ਮਾਰਜਨ ਬਹੁਤ ਹੈ ਉਹਦੇ ਵਿੱਚ। ਉਹ ਜੀ ਆਪਣੀ ਤੁਹਾਡੀ ਅਗਿਆਨਤਾ ਦਾ ਫਾਇਦਾ ਹੁੰਦਾ। ਅਸਲੀਅਤ ਉਹਨੂੰ ਵੀ ਪਤਾ ਹੁੰਦੀ ਆ ਵੀ ਮੈਨੂੰ ਕਿੰਨੇ ਦੀ ਆਈ ਹੈ। ਮੇਰੇ ਵੀ ਸ਼ਾਇਦ ਇਦੋਂ ਪਹਿਲਾਂ ਜਿਹੜੇ ਇੱਥੇ ਬੈਠੇ ਹੋਣ ਇਹ ਕਰਦੇ ਹੁਣ ਕੰਮ, ਮੈਂ ਨਹੀਂ ਕਹਿੰਦਾ ਨਹੀਂ ਕਰਦੇ ਹੁਣ। ਕਿਉਂਕਿ ਲੇਮੈਨ ਨੇ ਤਾਂ ਜਿੰਨਾ ਕੁ ਅਸੀਂ ਪੜ੍ਹਦੇ ਹਾਂ, ਅਸੀਂ MRP ਪੜ੍ਹ ਲੈਂਦੇ ਹਾਂ, ਅਸੀਂ ਐਕਸਪਾਇਰੀ ਡੇਟ ਪੜ੍ਹ ਲੈਂਦੇ ਹਾਂ, ਇੰਨਾ ਕਿ ਪਤਾ ਸਾਨੂੰ। ਜੇ ਸਾਨੂੰ ਲੱਗਦਾ ਵੀ ਇਹ 500 ਰੁਪਏ ਆ, ਸਾਨੂੰ ਉਹ 50 ਰੁਪਏ ਘਟਾ ਕੇ ਦੇ ਦਿੰਦਾ, ਅਸੀਂ ਖੁਸ਼ ਹਾਂ ਵੀ ਠੀਕ ਹੈ, ਸਾਡੇ 50 ਰੁਪਏ ਬਚ ਗਏ। ਹਾਂ, ਉਹ ਅਸਲੀਅਤ ਉਹ ਨਹੀਂ ਹੈ। ਅਸਲੀਅਤ ਕੁਛ ਹੋਰ ਹੈ। ਕੀ ਅਸਲੀਅਤ? ਅਸਲੀਅਤ ਇਹ ਆ ਕਿ ਜਿਹੜੀ ਸਟਾਕਿਸਟ ਪ੍ਰਾਈਸ ਤੇ MRP ਦਾ ਬਹੁਤੀਆਂ ਦਵਾਈਆਂ ਵਿੱਚੋਂ 700, 800, 1200% ਤੱਕ ਫਰਕ ਹੈ। ਕੀ ਕਹਿ ਰਹੇ ਹੋ ਤੁਸੀਂ? ਸੱਚ ਕਹਿ ਰਹੇ ਹੋ ਤੁਸੀਂ? 700, 800, 1200% ਮੇਰੇ ਕੋਲ ਡਾਕੂਮੈਂਟ ਪਏ ਨੇ ਹਰ ਇੱਕ ਚੀਜ਼ ਦੇ। ਪਰਸੈਂਟੇਜ ਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ 1 ਰੁਪਏ ਵਾਲੀ ਦਵਾਈ 700 ਰੁਪਏ ਦੀ, ਇਹ ਕਹਿ ਰਹੇ ਹੋ ਤੁਸੀਂ? 2 ਵਾਲੀ ਜੇ 5000 10 ਦੀ ਮਿਲ ਗਈ ਤਾਂ 500% ਬਣ ਗਿਆ ਜੀ। 2 ਰੁਪਏ ਵਾਲੀ ਗੋਲੀ ਜੇ 10 ਰੁਪਏ ਦੀ ਵਿਕੀ। ਸਾਡਾ ਇੱਕ ਮਿੱਤਰ ਆ ਇੱਥੇ, ਉਹ ਮੈਨੂੰ ਕਹਿੰਦਾ ਜੀ ਪਾਇਓਗੁਲੇਟਾਜ਼ੋਨ ਨਹੀਂ ਮਿਲਦੀ। ਮੈਂ ਕਿਹਾ ਮੈਂ ਲੈ ਦਿੰਦਾ ਜੀ। ਮੈਂ ਦੱਸੋ, ਮੈਂ ਉਹਨੂੰ ਡੱਬੀ ਮੰਗਾਤੀ। ਡੱਬੀ ਵਿੱਚ 100 ਗੋਲੀ ਸੀ ਤੇ 200 ਰੁਪਏ ਦਾ ਬਿੱਲ ਆ ਗਿਆ ਮੈਨੂੰ। ਮੈਨੂੰ ਕਹਿੰਦਾ ਗਰੇਵਾਲ ਸਾਹਿਬ 490 ਰੁਪਏ ਦਾ ਹੋਣਾ ਇਹ। 490 ਨਹੀਂ, 4900 ਰੁਪਏ ਦਾ ਹੋਣਾ ਇਹ। ਹੈਂ, 4900 ਰੁਪਏ ਦਾ ਹੋਣਾ? ਤੇ ਹੈ ਕਿੰਨੇ ਦਾ ਸੀਗਾ? 200 ਰੁਪਏ ਦਾ। 4700 ਰੁਪਏ ਦਾ ਫਰਕ ਇੱਕ ਦਵਾਈ ਪਿੱਛੇ। ਸ਼ੂਗਰ ਦਾ ਮਰੀਜ਼ ਆ ਉਹ। ਕਹਿੰਦਾ ਪੈਸੇ ਜ਼ਰੂਰ ਲਓ। ਮੈਂ ਕਿਹਾ ਮੈਨੂੰ ਸ਼ਰਮਿੰਦਾ ਨਾ ਕਰੋ, ਮੈਂ ਤੁਹਾਨੂੰ ਬਿੱਲ ਦੀ ਫੋਟੋ ਕਾਪੀ ਭੇਜ ਦਿੰਦਾ।
ਮੈਂ 200 ਰੁਪਏ ਦੀ ਚੀਜ਼ ਹੈ, ਮੈਂ 200 ਰੁਪਏ ਲੈਣ ਦੀ ਮੈਨੂੰ ਸ਼ਰਮ ਆਉਂਦੀ ਹੈ। ਮੈਂ ਹੈਰਾਨ ਆ ਕਿ 200 ਰੁਪਏ ਵਾਲੀ ਚੀਜ਼ 4900 ਚ ਵੇਚੀ ਜਾ ਰਹੀ ਸੀ ਕਿ 4700 ਰੁਪਏ ਦਾ ਫਰਕ। ਨਾਲੇ ਜੈਨਰਿਕ ਸੀ, ਜੈਨਰਿਕ ਸੀ। ਅਸੀਂ ਕਹਿੰਦੇ ਹਾਂ ਨਾ ਜੈਨਰਿਕ ਲਿਖੋ, ਇਹ ਜੈਨਰਿਕ ਦੇ ਵਿੱਚ ਫਰਕ ਸੀ। ਇਹ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਸਾਡੀਆਂ ਕਿ ਆਮ ਲੋਕਾਂ ਨੂੰ ਜਿਹੜਾ 130 ਕਰੋੜ ਉਹਨਾਂ ਨੂੰ ਫਾਇਦਾ ਹੀ ਦੇ ਦਈਏ, ਕੋਈ ਜੈਨਰਿਕ ਦੇ ਇਸ ਢੰਗ ਨਾਲ ਰੇਟ ਹੀ ਪਰਸੈਂਟੇਜ ਘਟਾ ਦਈਏ। ਕੀ ਲੈਣਾ ਕੀ ਨਹੀਂ ਲੈਣਾ ਮੇਰੀ ਸਮਝ ਤੋਂ ਹਜੇ ਤੱਕ ਬਾਹਰ ਨਹੀਂ ਆਇਆ। ਕਿਉਂ ਕੀ ਕਰਦੇ ਕਿਉਂ ਨਹੀਂ ਕਰਦੇ? ਮੈਨੂੰ ਲੱਗਦਾ ਸੀਗਾ ਇੱਕ ਵਾਰੀ ਪਿਛਲੇ ਸਾਲ 15 ਅਗਸਤ ਦੇ ਸਪੀਚ ਵਿੱਚ ਵੀ ਕਿਹਾ ਗਿਆ ਸੀ ਕਿ ਅਫੋਰਡੇਬਲ ਹੈਲਥ ਕੇਅਰ ਅਤੇ ਕੁਆਲਿਟੀ ਮੈਡੀਕਲ ਐਜੂਕੇਸ਼ਨ ਕਰਾਂਗੇ। ਹਜੇ ਤੱਕ ਮੈਨੂੰ ਇਹ ਦੋਨੇ ਚੀਜ਼ਾਂ ਨਹੀਂ ਦਿਖੀਆਂ ਜੀ, ਕਿ ਅਫੋਰਡੇਬਲ ਹੈਲਥ ਕੇਅਰ ਹੋਈ ਹੋਵੇ ਅਤੇ ਕੁਆਲਿਟੀ ਮੈਡੀਕਲ ਐਜੂਕੇਸ਼ਨ ਹੋਈ। ਡਾਕਟਰ ਸਾਹਿਬ, ਇੱਕ ਆਮ ਅਸੀਂ ਦੇਖਦੇ ਹਾਂ ਕਿ ਮਰੀਜ਼ ਜਾਂਦੇ ਨੇ, ਸਟੰਟ ਪੈਂਦੇ ਨੇ, ਅਤੇ ਕਿਸੇ ਹਸਪਤਾਲ ਦੇ ਵਿੱਚ ਜੇ PGI ਸ਼ਾਇਦ ਕੁਝ ਹਜ਼ਾਰਾਂ 'ਚ, ਕਿਤੇ ਉਹ ਤੋਂ ਵੱਡੇ 'ਚ ਲੱਖਾਂ 'ਚ, ਉਹ ਤੋਂ ਵੱਡੇ ਹੋਰ ਲੱਖਾਂ 'ਚ। ਇਹ ਰੇਟ ਦਾ ਫਰਕ ਕਿਉਂ ਹੈ? ਰੇਟ ਦਾ ਫਰਕ ਜੀ, ਉਹਨਾਂ ਨੇ ਸਟੈਂਟ ਦਾ ਸਰਕਾਰ ਨੇ ਰੇਟ ਪਾਤਾ, ਹੁਣ ਉਹਨਾਂ ਨੇ ਆਪਣੇ ਚਾਰਜਸ ਵਧਾਤੇ। ਸਿਹਤ ਇੱਕ ਹਿਊਮਨ ਰਾਈਟ ਆ, ਇਨਸਾਨ ਦਾ ਹੱਕ ਹੈ, ਇਹ ਕਾਨੂੰਨ ਕਹਿੰਦਾ। ਉਸ ਹੱਕ ਨੂੰ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕਿ ਜ਼ਿਆਦਾ ਸਟੇਟ ਜ਼ਿੰਮੇਵਾਰ ਹੈ ਜਾਂ ਕੇਂਦਰ ਜ਼ਿੰਮੇਵਾਰ ਹੈ? ਸਟੇਟ ਵੀ, ਜੇ ਇੱਕ ਕਨਕਰੈਂਟ ਸਬਜੈਕਟ ਹੈਗੀ ਹੈਲਥ ਜੀ, ਇਹਦੇ ਲਈ ਸਟੇਟ ਵੀ ਜ਼ਿੰਮੇਵਾਰ ਆ, ਇਹਦੇ ਲਈ ਸੈਂਟਰ ਵੀ ਜ਼ਿੰਮੇਵਾਰ ਆ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਸਾਡੇ ਪ੍ਰੈਸ਼ਰ 'ਤੇ ਇੱਕ ਐਸੀ ਸਟੇਜ ਆਈ ਕਿ ਸਰਕਾਰ ਮਿਨਿਸਟਰੀ ਆਫ ਹੈਲਥ ਐਂਡ ਗੌਰਮੈਂਟ ਆਫ ਇੰਡੀਆ ਨੇ ਇੱਕ ਨੋਟੀਫਿਕੇਸ਼ਨ ਪਾਈ ਸੀ ਕਿ ਹਰ ਇੱਕ ਕੰਪਨੀ ਆਪਣੀ ਸਟ੍ਰਿਪ 'ਤੇ ਇੱਕ ਤਾਂ ਸਾਲਟ ਦਾ ਨਾਮ ਮੋਟਾ ਲਿਖਿਆ ਕਰੂਗੀ, ਆਪਣਾ ਕੰਪਨੀ ਦਾ ਨਾਮ ਜਿਹੜਾ ਨਾਮ ਹੈ ਦਵਾਈ ਦਾ ਛੋਟਾ ਲਿਖਿਆ ਕਰੂਗੀ। ਉਹ ਫੇਲ ਹੋ ਗਈ, ਨਹੀਂ ਚੱਲੀ, ਨਹੀਂ ਉੱਥੇ ਹੀ ਪਈ ਆ ਹਜੇ। ਫਿਰ ਉਹਨਾਂ ਨੇ ਕਿਹਾ ਸੀ ਹਰ ਇੱਕ ਕੰਪਨੀ MRP ਦੇ ਨਾਲ ਕੰਪਨੀ ਪ੍ਰਾਈਸ ਲਿਖਿਆ ਕਰੂਗੀ, ਉਹ ਨਹੀਂ ਹੋਣ ਦਿੱਤੀ, ਨਹੀਂ ਹੋਈ। ਹੁਣ ਦੇਖੋ, ਜਿੱਥੇ ਅਸੀਂ ਵੱਡੇ ਵੱਡੇ ਫੈਸਲੇ ਦੇਸ਼ 'ਚ ਲੈ ਸਕਦੇ ਹਾਂ, ਸਾਨੂੰ ਇਹ ਫੈਸਲਾ ਲੈਣ 'ਚ ਕੀ ਦਿੱਕਤ ਹੈ? ਉਹਦਾ ਟਰਾਂਸਪੇਰੈਂਸੀ ਹੋ ਜਾਣੀ ਸੀਗੀ ਵੀ ਕੰਪਨੀ ਦਾ ਆਹ ਰੇਟ ਹੈ ਤੇ MRP ਹੈ, ਇਹ ਤਾਂ ਸੌਖਾ ਹੋ ਜਾਊਗਾ ਲੋਕਾਂ ਨੂੰ ਸਾਰਾ ਕੁਝ, ਫਿਰ ਤਾਂ ਪਤਾ ਲੱਗ ਜਾਊਗਾ। ਫਿਰ ਜਿਹੜਾ ਅਸੀਂ ਕਹਿੰਦੇ ਉਹ ਸੱਚ ਸਾਹਮਣੇ ਆ ਜਾਣਾ ਸੀਗਾ। ਉਹ ਸੱਚ ਆਉਣ ਨਹੀਂ ਦੇਣਾ ਚਾਹੁੰਦੇ, ਉਹ ਨਹੀਂ ਆਉਣ ਦੇਣਾ ਚਾਹੁੰਦੇ, ਉਹ ਆਉਣ ਨਹੀਂ ਦੇਣਾ ਚਾਹੁੰਦੇ। ਉਹ ਕਦੇ ਕਹਿਣਗੇ ਅਸੀਂ ਤੁਹਾਨੂੰ ਆਯੁਸ਼ਮਾਨ ਭਾਰਤ ਸਕੀਮ ਲਾਤੀ ਆ, ਜਨ ਔਸ਼ਧੀ ਜਨ ਔਸ਼ਧੀ ਖੇਲਤੀ ਆ, ਪਰ ਇਹ ਕੰਮ ਨਹੀਂ ਕਰਦੇ। ਇਹ ਕਰਦੇ ਜਨ ਔਸ਼ਧੀ ਦੀ ਲੋੜ ਹੀ ਨਹੀਂ, ਸਾਨੂੰ ਜਨ ਔਸ਼ਧੀ ਦੀ ਲੋੜ ਹੀ, ਸਾਰਾ ਹਿੰਦੁਸਤਾਨ ਹੀ ਜਨ ਔਸ਼ਧੀ ਬਣ ਜਾਊਗਾ। ਡਾਕਟਰ ਸਾਹਿਬ, ਡਾਕਟਰਾਂ ਨੂੰ ਕੀ ਕਹਿਣਾ ਚਾਹੋਗੇ, ਆਪਣੇ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ? ਸਾਨੂੰ ਤਾਂ ਇਹ ਵੀ ਪਤਾ ਲੱਗਦਾ ਬਹੁਤ ਵਾਰ ਕਿ ਮਰੀਜ਼ ਮਰ ਚੁੱਕਿਆ ਹੁੰਦਾ, ਬਿੱਲ ਫਿਰ ਵੀ ਲਈ ਜਾਂਦੇ ਨੇ ਕਿ ਕੁਝ ਦਿਨ ਹੋਰ ਰੱਖ ਲਓ, ਆਕਸੀਜਨ ਲਾ ਦਿਓ, ICU 'ਚ ਰੱਖ ਲਓ, ਵੈਂਟੀਲੇਟਰ 'ਤੇ ਰੱਖ ਲਓ ਕਿ ਰੇਟ ਵੱਧ ਜਾਊਗਾ, ਮਰੀਜ਼ ਦਾ ਬਿੱਲ ਵੱਧ ਜਾਊਗਾ। ਦੇਖੋ ਜੀ, ਇਹਦਾ ਤੁਹਾਡੀ ਆਤਮਾ ਨਾਲ ਅੰਤਰ-ਆਤਮਾ ਨਾਲ ਤਲਕ ਹੈ। ਅੰਤਰ-ਆਤਮਾ ਮਾਰ ਲਓ, ਉਹੀ ਬੰਦਾ ਹੈਵਾਨ ਬਣ ਜਾਂਦਾ। ਅੰਤਰ-ਆਤਮਾ ਜਗਾ ਲਓ, ਉਹੀ ਬੰਦਾ ਇਨਸਾਨ ਤੇ ਭਗਵਾਨ ਬਣ ਜਾਂਦਾ। ਇਹ ਤੁਹਾਡੀ ਅੰਤਰ-ਆਤਮਾ ਦਾ ਤਲਕ ਹੈ। ਇਹ 5 ਸਟਾਰ ਵਰਗੇ ਬਣ ਗਏ ਹਸਪਤਾਲ ਸਾਡੇ, ਤੇ ਤੁਸੀਂ ਦੇਖਦੇ ਹੀ ਹੋ ਵੀ ਐਵੇਂ ਤਾਂ ਬਣੇ ਨਹੀਂ। ਫਿਰ ਉਹ 5 ਸਟਾਰ ਬਣਾ ਲਓ, 7 ਬਣਾ ਲਓ, ਜਿੰਨਾ ਚਿਰ ਤੁਹਾਡੀ ਆਤਮਾ ਨੂੰ ਸ਼ਾਂਤੀ ਨਹੀਂ ਹੈ ਨਾ ਜੀ, ਚਾਹੇ ਤੁਸੀਂ ਸੋਨੇ ਦੇ ਬਿਸਤਰੇ 'ਤੇ ਪੈ ਜਾਓ, ਨੀਂਦ ਬੜੀ ਮੁਸ਼ਕਲ ਹੁੰਦੀ ਹੈ। ਅੰਤ ਕਿਵੇਂ ਹੋਊਗਾ ਇਸ ਗੱਲ ਦਾ? ਲੋਕਾਂ ਨੂੰ ਤੁਸੀਂ ਦੇਖਦੇ ਹੋ ਕਿ ਕੈਂਸਰ ਦਾ ਬਿਮਾਰੀਆਂ ਨੇ, TB ਦੀ ਹੈ, ਹੈਪੇਟਾਈਟਸ, ਹੋਰ ਬਹੁਤ ਜਿਨ੍ਹਾਂ ਦੀ ਗੋਲੀਆਂ ਲਗਾਤਾਰ ਦਵਾਈਆਂ ਖਾਣੀਆਂ ਪੈਂਦੀਆਂ ਨੇ, ਕਈ ਸਾਲ ਖਾਣੀਆਂ। ਸੁਣ ਲਓ, ਆ ਹੁਣੇ ਪਿੱਛੇ ਦਿਨ ਮੇਰਾ ਬੇਟਾ ਲਿਵਰ ਸਪੈਸ਼ਲਿਸਟ ਆ, MRP ਲਿਖੀ ਹੋਈ ਉਹਦੇ 'ਤੇ 22,000 ਰੁਪਏ। ਇਹ ਕਾਲੇ ਪੀਲੇ ਦੀ ਦਵਾਈ ਦੀ ਮੈਂ ਗੱਲ ਕਰਦਾ, ਕੈਪਸੂਲਾਂ ਦੀ। ਸਾਨੂੰ ਬਿੱਲ ਕਿੰਨੇ ਦਾ ਆਇਆ ਤੁਸੀਂ ਗੈਸ ਵੀ ਕਰ ਲਓ, ਫਿਰ ਮੈਂ ਬਾਅਦ 'ਚ ਦੱਸ ਦਿੰਦਾ। ਅਸੀਂ ਤਾਂ ਇਹ ਸਮਝਦੇ ਹਾਂ ਕਿ ਵੀ 20,000 ਵਾਲੀ ਚੀਜ਼ ਕੋਈ 22,000 'ਚ ਵੇਚਦਾ ਹੋਣਾ, ਜਾਂ 18,000 ਵਾਲੀ ਚੀਜ਼ ਕੋਈ 22,000 'ਚ ਵੇਚਦਾ ਹੋਣਾ। ਉਹ ਰਾਣਾ ਸਾਹਿਬ, ਉਹ 22,000 ਵਾਲੀ ਦਾ ਬਿੱਲ 1,800 ਰੁਪਏ ਸੀਗਾ। ਬਿੱਲ ਅਨਬਲੀਵੇਬਲ। ਮਤਲਬ ਅਸੀਂ ਮੰਨ ਨਹੀਂ ਸਕਦੇ ਹੈਗੇ ਕਿ 1,800 ਰੁਪਏ ਵਾਲੀ ਚੀਜ਼ 22,000 'ਚ ਵੇਚੀ ਜਾ ਰਹੀ। ਉੱਥੇ ਮੁੱਲ ਲਿਖਿਆ ਜੀ, ਜੇ ਕੋਈ ਵੇਚ ਦੂ ਤਾਂ ਗੈਰ, ਸਾਨੂੰ ਗੁਣਾ ਨਹੀਂ ਪਤਾ ਲੱਗ ਰਿਹਾ ਕਿ ਕਿੰਨੇ ਗੁਣਾ ਹੈ ਵੀ 1,800 ਵਾਲੀ ਚੀਜ਼ 22,000 1300%, ਇਹ 1200% ਹੀ ਬਣ ਜਾਂਦਾ, 1200-1400% ਬਣ ਜਾਂਦਾ। ਮਤਲਬ ਹੈਰਾਨੀ ਹੋ ਰਹੀ ਹੈ ਕਿ ਲੁੱਟ ਕਿਸ ਸਤਰ ਤੱਕ ਹੈ, ਕਿਸ ਲੈਵਲ ਤੱਕ। ਇਹਨੂੰ ਕੁਛ ਕਹਿ ਲਓ। ਦੇਖੋ, ਜਿੰਨਾ ਚਿਰ ਸਰਕਾਰ ਇਸ ਚੀਜ਼ ਬਾਰੇ ਸੀਰੀਅਸ ਨਹੀਂ ਹੁੰਦੀ, ਉਹਨਾਂ ਚਿਰ ਨਹੀਂ ਖਤਮ ਕਰ ਸਕਦਾ। ਮੈਂ ਕਿਸੇ ਨੂੰ ਗੁਨਾਹਗਾਰ ਨਹੀਂ ਕਰਦਾ। ਜਿਹੜਾ ਉੱਥੇ MRP ਅਲਾਓ ਕਰਦਾ ਉਹਨੂੰ ਕਿਉਂ ਨਹੀਂ? ਜਿੰਨਾ ਚਿਰ, ਇੱਕ ਮੇਰੀ ਗੱਲ ਯਾਦ ਰੱਖੋ, ਜਿੰਨਾ ਚਿਰ ਕਰਪਸ਼ਨ ਦੀ ਸਜ਼ਾਏ ਮੌਤ ਨਹੀਂ ਹੁੰਦੀ ਅਤੇ ਅਡਲਟਰੀ ਜਿਹੜੀ ਆ ਤੁਹਾਡੀ ਆ ਮਿਲਾਵਟ ਦੀ ਸਜ਼ਾ ਮੌਤ ਨਹੀਂ ਹੁੰਦੀ, ਉਹਨਾਂ ਚਿਰ ਇਸ ਦੇਸ਼ ਵਿੱਚ ਕਦੇ ਠੀਕ ਨਹੀਂ ਹੋਣਾ ਕੁਛ ਵੀ। 100 ਕੰਮ ਕਰ ਲਓ ਸੀ। ਡਾਕਟਰ ਸਾਹਿਬ, ਪਰ ਬ੍ਰਾਂਡਡ ਦਵਾਈਆਂ ਨੂੰ ਵਧੀਆ ਕਿਉਂ ਸਮਝੀ ਜਾਂਦੇ ਆ, ਜੈਨਰਿਕ ਨੂੰ ਕਹਿੰਦੇ ਵਧੀਆ ਨਹੀਂ ਹੁੰਦੀ? ਪ੍ਰਚਾਰ
ਸਿਰਫ ਸਾਨੂੰ ਅਸੀਂ PGI ਤੁਸੀਂ ਜਾਓ, ਤੁਸੀਂ ਆਲ ਇੰਡੀਆ ਇੰਸਟੀਚਿਊਟ ਜਾਓ, ਜਾਂ ਜਿੰਨੇ ਵੀ ਸਰਕਾਰੀ ਆਲ ਇੰਡੀਆ ਇੰਸਟੀਚਿਊਟ ਹੈਗੇ ਜਾਂ PGI ਹੈਗੇ ਨੇ, ਉੱਥੇ ਤੁਹਾਡੀ ਪਰਚੀ 'ਤੇ ਹਮੇਸ਼ਾ ਸਾਲਟ ਦਾ ਨਾਮ ਲਿਖਿਆ ਹੋਊ, ਕਦੇ ਬ੍ਰਾਂਡਡ ਮੈਡੀਸਨ ਦਾ ਨਾਮ। ਪਰ ਅਸਰ ਬਰਾਬਰ ਹੈ, ਕੋਈ ਫਰਕ ਨਹੀਂ ਬ੍ਰਾਂਡਡ ਦਾ ਤੇ ਜੈਨਰਿਕ ਦਾ। ਇਹ ਲੈਬੋਰਟਰੀ ਥਰੂ ਟੈਸਟਡ ਹੁੰਦੀਆਂ ਨੇ ਕਿ ਇਹਦਾ ਅਸਰ ਹੈਗਾ, ਉਹਦੀ ਟਰਾਇਲ ਹੋਈ ਹੁੰਦੀ ਹੈ। ਜੋ ਕਿਸੇ ਨੇ ਮਿਲਾਵਟ ਕਰਕੇ ਕਿਸੇ ਨੇ ਵੇਚੀ ਆ, ਉਹ ਫਿਰ ਗੁਨਾਹਗਾਰ ਹੈਗਾ। ਅੱਛਾ, ਕਈ ਵਾਰ ਅਸੀਂ ਜਾਂਦੇ ਆ, ਇੱਕ ਡਾਕਟਰ ਦਵਾਈ ਲਿਖ ਦਿੰਦੇ ਨੇ, ਸਾਨੂੰ ਮੈਡੀਕਲ ਸਟੋਰ ਵਾਲਾ ਕਹਿੰਦਾ ਕਿ ਇਹ ਨਹੀਂ ਹੈਗੀ, ਆਹ ਹੈਗੀ ਆ। ਉਹਦੇ ਪਿੱਛੇ ਉਹਦਾ ਕੀ ਕਾਰਨ ਹੁੰਦਾ ਹੈ? ਉਹਦੇ ਵਿੱਚ ਦੋ ਕਾਰਨ ਹੋ ਸਕਦੇ ਆ ਜੀ। ਇੱਕ ਹੋ ਸਕਦਾ ਉਹਦੇ ਸਟਾਕ ਵਿੱਚ ਨਾ ਹੋਵੇ ਤੇ ਉਹ ਕਹਦੇ ਕਿ ਇਹ ਲੈ ਲਓ। ਦੂਸਰਾ ਹੋ ਸਕਦਾ ਕਿ ਉਹਦੇ ਵਿੱਚੋਂ ਉਹਨੂੰ ਕੋਈ ਕਮਿਸ਼ਨ ਜ਼ਿਆਦਾ ਮਿਲਦਾ ਹੋਵੇ। ਦੋ ਹੀ ਗੱਲਾਂ ਹੋ ਸਕਦੀਆਂ। ਅੱਛਾ, ਜੈਨਰਿਕ ਵਾਲੀ ਦੀ ਪਛਾਣ ਕੀ ਹੁੰਦੀ? ਉੱਤੇ ਲਿਖਿਆ ਹੁੰਦਾ ਜੈਨਰਿਕ? ਬਿਲਕੁਲ ਹੀ ਲਿਖਿਆ ਹੁੰਦਾ ਜੈਨਰਿਕ, ਤੇ ਸਾਲਟ ਲਿਖਿਆ ਹੁੰਦਾ ਜੀ। ਵੱਡੀਆਂ ਕੰਪਨੀਆਂ ਸਿਪਲਾ ਬਣਾਉਂਦੀ ਜੈਨਰਿਕ, ਰੈਨਵੈਕਸੀ ਬਣਾਉਂਦੀ ਜੈਨਰਿਕ। ਨਹੀਂ, ਫਿਰ ਆਮ ਬੰਦਾ ਕਿਵੇਂ ਕੀ ਕਹੇ ਵੀ ਮੈਨੂੰ ਜੈਨਰਿਕ ਹੀ ਦਿਓ? ਕਿਵੇਂ ਕਹੇ, ਕੀ ਕਹੇ? ਕੋਈ ਮੇਰਾ ਸਾਲਟ ਲਿਖਿਆ, ਮੈਨੂੰ ਸਾਲਟ ਵਾਲੀ ਦਵਾਈ ਦਿਓ ਬਸ। ਪਰ ਸਾਲਟ ਵਾਲੀ ਤਾਂ ਬ੍ਰਾਂਡਡ ਵੀ ਹੋ ਸਕਦੀ ਹੈ ਨਾ? ਹਾਂਜੀ, ਨਾ ਸਾਲਟ ਦੀ ਬ੍ਰਾਂਡਡ ਨਹੀਂ ਹੋ। ਅੱਛਾ, ਸਾਲਟ ਦੀ ਬ੍ਰਾਂਡਡ ਨਹੀਂ। ਸਾਲਟ ਦੀ ਬ੍ਰਾਂਡਡ ਨੂੰ ਕਹੋ ਜੈਨਰਿਕ ਦੇ ਮੈਨੂੰ। ਚਲੋ, ਬਹੁਤ ਧੰਨਵਾਦ। ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ, ਜਾਂ ਹੋਰ ਵੀ ਮੋਦੀਖਾਨੇ ਖੁੱਲ੍ਹਣ ਤੇ ਇਸ ਮੋਦੀਖਾਨੇ ਦਾ ਵੀ ਫਾਇਦਾ ਉਠਾਇਆ ਜਾਵੇ, ਤੇ ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਹੋਏ ਇਹਨੂੰ ਇਸੇ ਢੰਗ ਨਾਲ ਚਲਾਓਗੇ? ਮੇਰੀ ਲੋਕਾਂ ਮੂਹਰੇ ਜਿੰਨਾ ਚਿਰ ਸਰੀਰ ਦੇ ਰੂਪ ਵਿੱਚ ਮੈਂ ਹੈਗਾ ਇਸ ਸੰਸਾਰ 'ਚ, ਉਹਨਾਂ ਚਿਰ ਤਾਂ ਇਸੇ ਤਰ੍ਹਾਂ ਹੀ ਚੱਲੂਗਾ ਜੀ। ਬਾਅਦ ਦੀ ਮੈਂ ਕੋਈ ਸਹੁੰ ਨਹੀਂ ਖਾ ਸਕਦਾ। ਲੇਕਿਨ ਮੇਰੀ ਇਹ ਹੋਰ ਵੀ ਜਿੰਨੇ ਵੀ ਮੇਰੇ ਸਾਥੀ ਨੇ, ਜਿੰਨੇ ਮੇਰੇ ਨਾਲ ਇਹ ਸੋਚ ਰੱਖਦੇ ਨੇ, ਮੇਰੀ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਨੂੰ ਪਰਮਾਤਮਾ ਨੇ ਇੱਕ ਡਾਕਟਰ ਬਣਨ ਦਾ ਮੌਕਾ ਦਿੱਤਾ। ਡਾਕਟਰ ਬਣਨ ਦਾ ਮੌਕਾ ਹੈ ਕਿ ਵੀ ਜੇ ਇੱਕ ਰੱਬ ਤਾਂ ਜਾਨ ਦਿੰਦਾ, ਆਪਾਂ ਰੱਬ ਜਾਨ ਬਚਾਉਣ ਵਾਲੇ ਹਾਂ। ਆਪਾਂ ਜਾਨ ਬਚਾਉਣ ਦਾ ਤਰੀਕਾ ਨਾ ਕਰ ਦਈਏ ਕਿ ਬੰਦੇ ਦੇ ਕੱਪੜੇ ਨਾ ਲੈਣ, ਬੰਦਾ ਘਰ ਜਾ ਕੇ ਵੀ ਰੋਟੀ ਖਾਂਦਾ ਰਹੇ, ਤੇ ਆਪਣੇ ਕੋਲੋਂ ਨੁਕਸਾਨ ਨਾ ਕਰੋ। ਜੋ ਮੈਂ ਦੱਸਿਆ ਸਾਰੀ ਗੱਲ ਵਿੱਚ, ਆਪਣੇ ਕੋਲੋਂ ਕੋਈ ਨੁਕਸਾਨ ਨਹੀਂ ਕਰਨਾ ਲਾਉਂਦਾ, ਫਿਰ ਵੀ ਬੰਦੇ ਦਾ ਕੰਮ ਸੌਖਾ ਬਣ ਸਕਦਾ। ਬਹੁਤ ਧੰਨਵਾਦ ਡਾਕਟਰ ਗੁਰਿੰਦਰ ਸਿੰਘ ਗਰੇਵਾਲ ਜੀ। ਸੋ ਲੁਧਿਆਣਾ ਦੇ ਗੁਰਦੇਵ ਨਗਰ ਦੇ ਵਿੱਚ ਦਵਾਈਆਂ ਦਾ ਮੋਦੀਖਾਨਾ ਖੁੱਲ੍ਹਿਆ। ਕਹਿਣਾ ਇਹਨਾਂ ਦਾ ਇਹੀ ਹੈ ਕਿ ਬਿਲਕੁਲ ਰੇਟ ਟੂ ਰੇਟ, ਥੋੜ੍ਹਾ ਜਿਹਾ ਮਾਰਜਨ ਰੱਖ ਕੇ, ਜਿੰਨਾ ਕੁ ਖਰਚਾ ਹੈ ਉਹਨਾਂ ਕੁ ਮਾਰਜਨ ਰੱਖ ਕੇ ਦਵਾਈਆਂ ਵੇਚਣਗੇ ਤੇ ਲੋਕਾਂ ਨੂੰ ਸਸਤੇ ਭਾਅ ਤੋਂ ਦਵਾਈਆਂ ਮਿਲਣਗੀਆਂ। ਅਸੀਂ ਤਾਂ ਹੈਰਾਨ ਆ ਇਸ ਗੱਲ ਤੋਂ ਕਿ 1800 ਵਾਲੀ ਦਵਾਈ 4900 ਦੀ, 200 ਵਾਲੀ ਦਵਾਈ 5000 ਤੱਕ ਦੀ ਵੇਚੀ ਜਾ ਰਹੀ ਹੈ। ਸੋ ਹੋਰ ਵੀ ਜਿਹੜੇ ਮੋਦੀਖਾਨੇ ਨੇ, ਜਿਹੜੀ ਇੱਕ ਲਹਿਰ ਸ਼ੁਰੂ ਹੋਈ ਹੈ, ਖੁੱਲ੍ਹਣੇ ਚਾਹੀਦੇ ਨੇ। ਅੱਜ ਸਿੰਘ ਸਾਹਿਬ ਆਏ ਨੇ, ਉਹਨਾਂ ਦੇ ਵੱਲੋਂ ਵੀ ਅਪੀਲ ਜਿਹੜੀ ਆ ਉਹ ਕੀਤੀ ਗਈ ਹੈ। ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਹੋਰ ਮੋਦੀਖਾਨੇ ਖੁੱਲ੍ਹਦੇ ਨੇ, ਕਿੰਨੇ ਲੋਕਾਂ ਨੂੰ ਇਸ ਦਾ ਫਾਇਦਾ ਹੁੰਦਾ ਹੈ, ਇਹ ਦੇਖਣਾ ਹੋਵੇਗਾ। ਕੈਮਰਾਮੈਨ ਪ੍ਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।